फ्रेंड्स हाउ आर यू वेलकम टू योर बॉटनी ਲੈਕਚਰ। ਬੇਟਾ ਆਪਾਂ ਸਟਾਰਟ ਕੀਤਾ ਸੀ ਬੈਕਟੀਰੀਆ ਤੇ ਬੈਕਟੀਰੀਆ ਦੇ ਵਿੱਚ ਆਪਾਂ ਅੱਜ ਪੜ੍ਹਨਾ ਸੀਗਾ ਸਟਰਕਚਰ ਆਫ ਬੈਕਟੀਰੀਆ। ਇੱਥੇ ਆ ਕਲੀਅਰ ਸਟਰਕਚਰ ਦਿਖ ਰਿਹਾ ਹੈ ਬੈਕਟੀਰੀਅਲ ਸੈੱਲ ਦਾ ਤੇ ਇਹ ਬੈਕਟੀਰੀਅਲ ਸੈੱਲ ਜਿਹੜਾ ਆ ਕੁਝ ਮੈਂਬਰੇਨਸ ਨਾਲ ਢਕਿਆ ਹੁੰਦਾ ਆ, ਜਿਵੇਂ ਪਲਾਸਮਾ ਮੈਂਬਰੇਨ, ਸੈੱਲ ਵਾਲ ਹੋ ਗਈ। ਕਈ ਬੈਕਟੀਰੀਆਸ ਤੇ ਕੈਪਸੂਲ ਹੁੰਦਾ ਆ ਤੇ ਇਹਦੇ ਅੰਦਰ ਸਾਈਟੋਪਲਾਜ਼ਮ ਫਿਲਡ ਹੁੰਦਾ ਆ। ਸਾਈਟੋਪਲਾਜ਼ਮ ਦੇ ਵਿੱਚ ਨਿਊਕਲੀਓਇਡ, ਰਾਈਬੋਸੋਮਸ, ਫੂਡ ਗ੍ਰੈਨੂਲਸ ਵਗੈਰਾ ਪ੍ਰੈਜ਼ੈਂਟ ਹੁੰਦੇ ਆ। ਇਹਦੇ ਵਿੱਚ ਫਲੈਜੇਲਾ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਇਟ ਹੈਜ਼ ਫਲੈਜੇਲਾ, ਜਿਹਦੇ ਨਾਲ ਇਹ ਮੂਵ ਕਰਦਾ ਆ। ਸਰਫੇਸ 'ਤੇ ਬਹੁਤ ਸਾਰੇ ਹੇਅਰ ਲਾਈਕ ਸਟਰਕਚਰਸ ਪ੍ਰੈਜ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਪਿਲਾਏ ਕਹਿੰਦੇ ਆ। ਵਨ ਬਾਏ ਵਨ ਆਪਾਂ ਇਹਨਾਂ ਦਾ ਪੂਰੇ ਸਟਰਕਚਰਲ ਕੰਪੋਨੈਂਟਸ ਪੜ੍ਹਨੇ ਆ ਬੈਕਟੀਰੀਆ ਦੇ। ਬੈਕਟੀਰੀਆ ਜਿਹੜਾ ਆ ਕੁਛ ਮੈਂਬਰੇਨਸ ਦੇ ਨਾਲ ਢਕਿਆ ਹੁੰਦਾ ਆ। ਕੰਬਾਈਨਲੀ ਅਸੀਂ ਇਹਨਾਂ ਨੂੰ ਸੈੱਲ ਐਨਵੈਲਪ ਕਹਿੰਦੇ ਆ। ਐਨਵੈਲਪ ਮੀਨਸ ਢਕਿਆ ਹੋਣਾ, ਕਵਰ। ਇਹ ਐਨਵੈਲਪ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪੜ੍ਹਾਂਗੇ ਸੈੱਲ ਵਾਲ। ਆਹ ਦੇਖੋ ਰੈਡ ਕਲਰ ਦੀ ਜਿਹੜੀ ਆ ਇਹ ਸੈੱਲ ਵਾਲ ਆ ਜਿਹੜੀ ਬੈਕਟੀਰੀਆ ਨੂੰ ਕਵਰ ਕਰਕੇ ਰੱਖਦੀ ਆ। ਹੁਣ ਸੈੱਲ ਵਾਲ ਬੇਟਾ ਇੱਕ ਤਾਂ ਇਹ ਪ੍ਰੋਟੈਕਸ਼ਨ ਕਰਦੀ ਹੈ ਬੈਕਟੀਰੀਅਲ ਸੈੱਲ ਦੀ, ਅਤੇ ਦੂਸਰਾ ਇਹ ਬੈਕਟੀਰੀਅਲ ਸੈੱਲ ਦੀ ਸ਼ੇਪ ਨੂੰ ਮੇਨਟੇਨ ਕਰਕੇ ਰੱਖਦੇ ਆ। ਸੈੱਲ ਵਾਲ ਜੇ ਅਸੀਂ ਦੇਖੀਏ ਤਾਂ ਇਟ ਇਜ਼ ਮੇਡ ਅਪ ਆਫ ਪੈਪਟਾਈਡੋਗਲਾਈਕਨ। ਪੈਪਟਾਈਡੋਗਲਾਈਕਨ ਜਿਹੜਾ ਆ ਇਹ ਗ੍ਰਾਮ ਇੱਕ ਸਟੇਨ ਹੁੰਦੀ ਹੈ। ਜਦੋਂ ਅਸੀਂ ਉਹ ਸਟੇਨ ਪਾਉਂਦੇ ਹਾਂ ਅਤੇ ਪੈਪਟਾਈਡੋਗਲਾਈਕਨ ਜਿਹੜੀ ਆ ਇਹੀ ਕਲਰ ਇਹਦਾ ਚੇਂਜ ਹੋ ਜਾਂਦਾ ਆ। ਜੇ ਕਲਰ ਇਹ ਲੈ ਲਵੇ, ਰਿਟੇਨ ਕਰ ਲਵੇ, ਤਾਂ ਇਹ ਗ੍ਰਾਮ ਪੋਜ਼ੀਟਿਵ ਬੈਕਟੀਰੀਆ ਹੋਇਆ, ਔਰ ਅਗਰ ਕਲਰ ਨਾ ਲਵੇ ਤਾਂ ਗ੍ਰਾਮ ਨੈਗੇਟਿਵ ਬੈਕਟੀਰੀਆ ਹੋਇਆ। ਹੁਣ ਗ੍ਰਾਮ ਪੋਜ਼ੀਟਿਵ ਬੈਕਟੀਰੀਆ ਦੇ ਵਿੱਚ ਜਿਹੜੀ ਪੈਪਟਾਈਡੋਗਲਾਈਕਨ ਆ ਇਹ ਥਿਕ ਲੇਅਰ ਹੁੰਦੀ ਆ which is present above the plasma membrane. In gram negative bacteria ਇਹ ਪੈਪਟਾਈਡੋਗਲਾਈਕਨ ਜਿਹੜੀ ਆ ਇਹ thin layer ਹੁੰਦੀ ਆ which is present in between the surface membrane and the plasma membrane. ਫਿਰ ਬੇਟਾ ਕਈ ਬੈਕਟੀਰੀਆ ਦੇ ਵਿੱਚ ਸਲਾਈਮ ਲੇਅਰ ਪ੍ਰੈਜ਼ੈਂਟ ਹੁੰਦੀ ਆ, ਇਹਨੂੰ ਕੈਪਸੂਲ ਵੀ ਕਹਿੰਦੇ ਆ। ਸਲਾਈਮ ਲੇਅਰ ਐਕਚੁਅਲੀ 'ਚ ਇਹਦਾ ਫੰਕਸ਼ਨ ਕੀ ਆ? ਇਟ ਹੈਲਪਸ ਦਾ ਬੈਕਟੀਰੀਆ ਟੂ ਪ੍ਰੋਟੈਕਟ ਅਗੇਂਸਟ ਫਾਈਗੋਸਾਈਟੋਸਿਸ। ਫਾਈਗੋਸਾਈਟੋਸਿਸ ਕੀ ਆ? ਸੈੱਲ ਦੀ ਪਲਾਸਮਾ ਮੈਂਬਰੇਨ ਜਿਹੜੀ ਆ ਉਹ ਐਕਟਿਵ ਹੋ ਕੇ ਕਿਸੇ ਵੀ ਵੱਡੇ ਸੈੱਲ ਨੂੰ ਐਨਗਲਫ ਕਰਦੀ ਆ, ਐਨਗਲਫ ਕਰਕੇ ਅੰਦਰ ਲੈ ਲੈਂਦੀ ਹੈ। ਇਹਨੂੰ ਅਸੀਂ ਉਸ ਵੇਲੇ ਫੈਗੋਸੋਮ ਕਹਾਂਗੇ ਅਤੇ ਉਹਦੇ ਐਨਜ਼ਾਈਮਸ ਵਗੈਰਾ ਸਾਰੇ ਡੀਜਨਰੇਟ ਕਰ ਦਿੰਦੀ ਆ। ਤਾਂ ਇਹ ਕੈਪਸੂਲ ਬੈਕਟੀਰੀਆ ਨੂੰ ਐਨਗਲਫ ਹੋਣ ਤੋਂ ਬਚਾਉਂਦਾ ਆ। ਫਿਰ ਇਹੀ ਕੈਪਸੂਲ ਜਿਹੜਾ ਆ ਇਹਨੂੰ ਹੈਲਪ ਕਰਦਾ ਆ ਕਿਤੇ ਵੀ ਜਾ ਕੇ ਚਿਪਕਣ ਲਈ, ਐਡੀਹੀਅਰ ਹੋਣ ਲਈ। ਐਡੀਹੀਅਰ ਮਤਲਬ ਜੋੜਨਾ, ਚਿਪਕਣਾ, ਐਡੀਹਰੈਂਸ ਲਈ, ਐਡੀਹੀਸ਼ਨ ਲਈ ਇਹ ਹੈਲਪ ਕਰਦਾ ਆ। ਫਿਰ ਇਹੀ ਜਿਹੜਾ ਫੈਕਟਰ ਆ ਇਹ ਵਾਇਰੂਲੈਂਟ ਫੈਕਟਰ ਆ। ਕੈਪਸੂਲ ਜਿਹੜਾ ਆ ਮੀਨਸ ਜੇ ਕੈਪਸੂਲ ਨਹੀਂ ਹੋਊਗਾ ਜਿਹੜੇ ਸੈੱਲਸ ਦੇ ਵਿੱਚ ਤਾਂ ਉਹ ਜਿਹੜੇ ਜਲਦੀ ਕਹਿ ਲਓ ਕਿ ਡਾਈ ਹੋ ਜਾਣਗੇ ਜਾਂ ਡੈਸੀਕੇਟ, ਫਟ ਜਾਣਗੇ, ਡੈਮੇਜ ਹੋ ਜਾਣਗੇ, ਟੁੱਟ ਜਾਣਗੇ। ਜਿਨ੍ਹਾਂ ਦੇ ਵਿੱਚ ਕੈਪਸੂਲ ਹੁੰਦਾ ਆ ਉਹ ਸੈੱਲਸ ਜਿਹੜੇ ਆ ਨਹੀਂ ਛੇਤੀ ਡੈਸੀਕੇਟ ਹੁੰਦੇ ਹੈਗੇ, ਔਰ ਵਾਇਰਸ ਅਟੈਕ ਨਹੀਂ ਕਰ ਪਾਉਂਦਾ ਹੈਗਾ ਡਿਊ ਟੂ ਦਾ ਪ੍ਰੈਜ਼ੈਂਸ ਆਫ ਕੈਪਸੂਲ ਇਨ ਦਾ ਬੈਕਟੀਰੀਆ। ਤਾਂ ਕਹਿ ਲਓ ਕਿ ਬੈਕਟੀਰੀਆ ਦਾ ਰਕਸ਼ਾ ਕਰਨ ਵਾਲਾ ਕਵਚ ਜਿਹੜਾ ਆ ਉਹ ਕੈਪਸੂਲ ਆ। ਕੈਪਸੂਲੇਟਡ ਬੈਕਟੀਰੀਆ ਜਿਹੜੇ ਆ ਉਹ ਨੋਨ ਫਲੈਜੀਲੇਟਡ ਹੁੰਦੇ ਆ। ਹੁਣ ਜੇ ਅਸੀਂ ਆਹੀ ਪੜ੍ਹੀਏ ਕਿ ਸਲਾਈਮ ਕੀ ਹੈ? ਐਕਚੁਅਲੀ ਸਲਾਈਮ ਇੱਕ ਜੈਲੀਟਿਨਸ ਸਬਸਟੈਂਸ ਹੁੰਦਾ ਆ ਜਿਹੜਾ ਪ੍ਰੋਟੋਪਲਾਸਟ ਬਣਾਉਂਦਾ ਆ, ਔਰ ਪੂਰੀ ਸੈੱਲ ਵਾਲ 'ਤੇ ਇਹ ਡਿਪੋਜ਼ਿਟ ਹੋ ਜਾਂਦਾ ਆ ਇੱਕ ਸ਼ੀਥ ਦੇ ਫਾਰਮ 'ਚ, ਜੈਲੇਟਿਨਸ ਸ਼ੀਥ ਦੇ ਫਾਰਮ 'ਚ, ਜਿਹਨੂੰ ਆਪਾਂ ਕਹਿੰਦੇ ਹਾਂ ਸਲਾਈਮ ਲੇਅਰ। ਅਤੇ ਇਹ ਜਿਹੜਾ ਕੈਪਸੂਲ ਆ ਇਹ ਪੋਲੀਸੈਕਰਾਈਡਸ ਦਾ ਬਣਿਆ ਹੁੰਦਾ ਆ। ਹੁਣ ਕਈ ਕੇਸਿਸ ਦੇ ਵਿੱਚ ਜਿਹੜੇ ਵਾਇਰੂਲੈਂਟ ਬੈਕਟੀਰੀਆ ਹੁੰਦੇ ਆ ਉਹ ਕੁਛ ਵਾਇਰੂਲੈਂਟ ਬੈਕਟੀਰੀਆ ਇਨ ਸਮ ਵਾਇਰੂਲੈਂਟ ਬੈਕਟੀਰੀਆ
ਕੁਛ ਨਾਈਟ੍ਰੋਜਨਸ ਸਬਸਟੈਂਸਿਸ ਜਿਵੇਂ ਕਿ ਅਮੀਨੋ ਐਸਿਡਸ ਪ੍ਰੈਜ਼ੈਂਟ ਹੁੰਦੇ ਆ ਇਨ ਐਡੀਸ਼ਨ ਟੂ ਪੋਲੀਸੈਕਰਾਈਡਸ ਤਾਂ ਹੁੰਦੇ ਹੀ ਹੁੰਦੇ ਆ, ਉਸ ਤੋਂ ਇਲਾਵਾ ਅਮੀਨੋ ਐਸਿਡਸ ਜਿਹੜੇ ਕਿ ਨਾਈਟ੍ਰੋਜਨ ਦੇ ਬਣੇ ਹੁੰਦੇ ਆ ਸਬਸਟੈਂਸਿਸ, ਉਹ ਵੀ ਪ੍ਰੈਜ਼ੈਂਟ ਹੁੰਦੇ ਆ। ਤਾਂ ਇਹ ਸਲਾਈਮ ਲੇਅਰ ਹੋਰ ਥਿਕ ਹੋ ਜਾਂਦੀ ਆ, ਤਾਂ ਆਪਾਂ ਇਹਨੂੰ ਕੈਪਸੂਲ ਕਹਿੰਦੇ ਆ। ਕੈਪਸੂਲ ਜਿਹੜਾ ਆ ਉਹ ਪਾਇਆ ਜਾਂਦਾ ਆ ਪੈਰਾਸਿਟਿਕ ਫਾਰਮ, ਜਿਵੇਂ ਬੈਸੀਲਸ ਐਂਥ੍ਰੈਸਿਸ। ਆਪਾਂ ਪਹਿਲਾਂ ਹੀ ਗੱਲ ਕੀਤੀ ਕਿ ਸਾਰੇ ਬੈਕਟੀਰੀਆ 'ਚ ਨਹੀਂ ਹੁੰਦਾ, ਇਨ ਸਮ ਬੈਕਟੀਰੀਆ। ਅਤੇ ਇਹ ਕੈਪਸੂਲ ਜਿਹੜਾ ਆ ਪ੍ਰੋਵਾਈਡ ਕਰਦਾ ਪ੍ਰੋਟੈਕਸ਼ਨ ਅਗੇਂਸਟ ਫੈਗੋਸਿਟੋਸਿਸ, ਐਂਟੀਬੋਡੀਜ਼। ਠੀਕ ਹੈ, ਇਹ ਉੱਪਰ ਮੈਂ ਤੁਹਾਨੂੰ ਸਮਝਾ ਵੀ ਦਿੱਤਾ ਆ। ਫਿਰ ਸੈੱਲ ਵਾਲ ਤੋਂ ਨੀਚੇ ਜਿਹੜੀ ਮੈਂਬਰੇਨ ਆ ਉਹਨੂੰ ਅਸੀਂ ਕਹਿੰਦੇ ਆ ਪਲਾਸਮਾ ਮੈਂਬਰੇਨ। ਇਸ ਡਾਇਗਰਾਮ 'ਚ ਤੁਹਾਨੂੰ ਦਿਖ ਰਹੀ ਆ ਪਲਾਸਮਾ ਮੈਂਬਰੇਨ। ਹੁਣ ਪਲਾਸਮਾ ਮੈਂਬਰੇਨ ਜਿਹੜੀ ਆ ਦੇਖੋ, ਆ ਪਲਾਸਮਾ ਮੈਂਬਰੇਨ ਦਿਖ ਰਹੀ ਆ। ਪਲਾਸਮਾ ਮੈਂਬਰੇਨ ਜਿਹੜੀ ਆ, ਅਗਰ ਪਲਾਸਮਾ ਮੈਂਬਰੇਨ ਨਾ ਹੋਵੇ ਤਾਂ ਸੈੱਲ ਜਿਹੜਾ ਆ, ਕਿਉਂਕਿ ਪਲਾਸਮਾ ਮੈਂਬਰੇਨ ਪਲਾਸਮਾ ਮੈਂਬਰੇਨ ਦੇ ਅੰਦਰ ਸਾਈਟੋਪਲਾਜ਼ਮ ਪ੍ਰੈਜ਼ੈਂਟ ਹੁੰਦਾ ਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਈਟੋਪਲਾਜ਼ਮ ਨੂੰ ਕਵਰ ਕਰਕੇ ਕੌਣ ਰੱਖਦੀ ਆ, ਪਲਾਸਮਾ ਮੈਂਬਰੇਨ। ਤਾਂ ਜੇ ਪਲਾਸਮਾ ਮੈਂਬਰੇਨ ਨਾ ਹੁੰਦੀ ਤਾਂ ਜਿੰਨਾ ਵੀ ਸਾਈਟੋਪਲਾਜ਼ਮ ਜਾਂ ਅੰਦਰ ਮਟੀਰੀਅਲ ਆ ਉਹ ਸਾਰਾ ਸਪਿਲ ਕਰ ਜਾਣਾ ਸੀ ਇਨਵਾਇਰਮੈਂਟ 'ਚ, ਤਾਂ ਸੈੱਲ ਨੇ ਐਗਜ਼ਿਸਟ ਨਹੀਂ ਕਰਨਾ ਸੀ, ਬੈਕਟੀਰੀਅਲ ਸੈੱਲ ਨੇ। ਤਾਂ ਬੈਕਟੀਰੀਅਲ ਸੈੱਲ ਦੀ ਐਗਜ਼ਿਸਟੈਂਸ ਕਿਹਦੇ 'ਤੇ ਡਿਪੈਂਡੈਂਟ ਆ, ਪਲਾਸਮਾ ਮੈਂਬਰੇਨ 'ਤੇ। ਠੀਕ ਹੈ, ਨੋ ਪਲਾਸਮਾ ਮੈਂਬਰੇਨ ਤਾਂ ਸੈੱਲ ਨੇ ਨਹੀਂ ਐਗਜ਼ਿਸਟ ਕਰ ਪਾਉਣਾ ਸੀ। ਹੁਣ ਜਿਹੜੀ ਪਲਾਸਮਾ ਮੈਂਬਰੇਨ ਆ, ਇਟ ਇਜ਼ ਰਿਸਪੋਂਸੀਬਲ ਫॉर most of cells relationship with outside growth by acquiring nutrients, eliminate waste, maintain interior of bacteria in constant organized state। ਇੰਨਾ ਦੇਖੋ ਰੋਲ ਪਲੇ ਕਰਦੀ ਹੈ ਪਲਾਸਮਾ ਮੈਂਬਰੇਨ ਕਿ ਇਹ ਸੈੱਲ ਦੀ ਰਿਲੇਸ਼ਨਸ਼ਿਪ ਰੱਖਦੀ ਹੈ ਕਿ ਬਾਹਰ ਕਿੱਦਾਂ ਦੀ ਗਰੋਥ ਚੱਲ ਰਹੀ ਆ, ਕਿਹੜੀ ਗਰੋਥ ਹੋ ਰਹੀ ਆ, ਕੀ ਗਰੋਥ ਹੋ ਰਹੀ ਆ, ਕਿੱਦਾਂ ਨਿਊਟਰੀਐਂਟਸ ਦਿੰਦੀ ਆ, ਵੇਸਟ ਨੂੰ ਬਾਹਰ ਕੱਢਣ 'ਚ ਹੈਲਪ ਕਰਦੀ ਆ। ਔਰ ਬੈਕਟੀਰੀਆ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਕਰੈਕਟਰ ਕੀ ਆ, ਬੈਕਟੀਰੀਆ ਦਾ ਜਿਹੜਾ ਅੰਦਰਲੇ ਸਾਈਡ ਆ, ਇੰਟਰਨਲ ਆ ਜਿਹੜਾ ਇਨਵਾਇਰਮੈਂਟ ਆ, ਇਹ ਕੌਨਸਟੈਂਟਲੀ ਮੇਨਟੇਨ ਕਰਕੇ ਰੱਖਦੀ ਹੈ। ਇਹ ਨਹੀਂ ਹੈਗਾ ਕਿ ਔਰਗੇਨਾਈਜ਼ਡ, ਇਹ ਨਹੀਂ ਹੈਗਾ ਕਿ ਸਾਰਾ ਕੁਛ ਆਪਣੀ ਮਰਜ਼ੀ ਨਾਲ ਜ਼ਿਆਦਾ ਤੋਂ ਜ਼ਿਆਦਾ ਬਣੀ ਜਾ ਰਿਹਾ ਆ ਜਾਂ ਉੜੀ ਜਾ ਰਿਹਾ ਆ। ਜਿੰਨਾ ਚਾਹੀਦਾ ਆ ਅੰਦਰ ਬੈਕਟੀਰੀਅਲ ਸੈੱਲ ਦੇ ਅੰਦਰ ਜਿਹੜੀ ਵੀ ਕਹਿ ਲਓ ਕਿ ਐਕਟੀਵਿਟੀਜ਼ ਚਾਹੀਦੀਆਂ, ਜਿੰਨੀਆਂ ਚਾਹੀਦੀਆਂ ਆ ਉਹਦੇ ਵਿੱਚ ਇਹ ਹੈਲਪ ਕਰਦੀ ਆ। ਹੁਣ ਜਿਹੜੇ ਇਹ ਪਲਾਸਮਾ ਮੈਂਬਰੇਨ ਆ, ਇਹ ਸਿਲੈਕਟਿਵਲੀ ਪਰਮੇਬਲ ਬੈਰੀਅਰਸ ਆ। ਬੈਰੀਅਰਸ ਦਾ ਮਤਲਬ ਹੁੰਦਾ ਆ ਕਿ ਸਿਲੈਕਟਿਵਲੀ ਪਰਮੇਬਲ, ਕਿ ਜਿਹੜੇ ਮੋਲੀਕਿਊਲਸ ਆਇਨਸ ਅੰਦਰ ਚਾਹੀਦੇ ਆ ਉਹਨਾਂ ਨੂੰ ਹੀ ਇਹ ਆਪਣੇ 'ਚੋਂ ਪਾਸ ਹੋਣ ਦਿੰਦੀ ਆ, ਬਾਕੀਆਂ ਨੂੰ ਇਹ ਨਹੀਂ ਆਪਣੇ 'ਚੋਂ ਪਾਸ ਹੋ ਕੇ ਅੰਦਰ ਨਹੀਂ ਜਾਣ ਦਿੰਦੀ ਹੈਗੀ। ਹੋਰ ਰੋਲ ਇਹਦੇ ਹੈਗੇ, ਜਿਵੇਂ ਰੈਸਪੀਰੇਸ਼ਨ 'ਚ ਹੈਲਪ ਕਰਦਾ, ਫੋਟੋਸਿੰਥੇਸਿਸ 'ਚ ਹੈਲਪ ਕਰਦੇ ਆ, ਲਿਪਿਡਸ ਬਣਾਉਣ 'ਚ ਹੈਲਪ ਕਰਦੇ ਆ, ਹੋਰ ਸੈੱਲ ਕੰਪੋਨੈਂਟਸ ਬਣਾਉਣ 'ਚ ਹੈਲਪ ਕਰਦੇ ਆ। ਹੁਣ ਸਾਈਟੋਪਲਾਜ਼ਮ ਵੀ ਆਪਾਂ ਥੋੜ੍ਹਾ ਜਿਹਾ ਪੜ੍ਹਨਾ ਆ। ਸਾਈਟੋਪਲਾਜ਼ਮ ਜਿਹੜਾ ਆ ਉਹ ਬਣਿਆ ਹੁੰਦਾ ਆ ਵਾਟਰ, ਅਲੱਗ-ਅਲੱਗ ਸੈੱਲ ਕੰਪੋਨੈਂਟਸ, ਇੰਜ਼ਾਈਮਸ ਉਹ 'ਚ ਪ੍ਰੈਜ਼ੈਂਟ ਹੁੰਦੇ ਆ, ਹੋਰ ਕਈ ਮੋਲੀਕਿਊਲਸ ਪ੍ਰੈਜ਼ੈਂਟ ਹੁੰਦੇ ਆ। ਸੋ ਇਹ ਪਲਾਸਮਾ ਮੈਂਬਰੇਨ ਜਿਹੜੀ ਆ ਵੈਰੀ ਇੰਪੋਰਟੈਂਟ ਆ। ਅਪਾਰਟ ਫਰੋਮ ਦਿਸ ਪਲਾਸਮਾ ਮੈਂਬਰੇਨ 'ਚ ਕੁਛ ਇੱਦਾਂ ਦੇ ਸਟਰਕਚਰਸ ਪ੍ਰੈਜ਼ੈਂਟ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਮੀਜ਼ੋਜ਼ੋਮਸ। ਠੀਕ ਹੈ, ਮੀਜ਼ੋਜ਼ੋਮਸ ਜਿਹੜੇ ਆ ਕੀ ਆ, ਇਹ ਕਈ ਬੈਕਟੀਰੀਆ ਦੇ ਵਿੱਚ ਪਲਾਸਮਾ ਮੈਂਬਰੇਨ ਜਿਹੜੇ ਆ ਉਹ ਤੋਂ ਬਹੁਤ ਸਾਰੀ ਇਨਫੋਲਡਿੰਗਸ, ਦੇਖੋ ਇਨਫੋਲਡਿੰਗਸ ਹੈ, ਬਹੁਤ ਸਾਰੀ ਇੱਦਾਂ ਫੋਲਡਿੰਗਸ ਨਿਕਲੀਆਂ ਹੁੰਦੀਆਂ ਆ, ਉਹਨਾਂ ਨੂੰ ਆਪਾਂ ਮੀਜ਼ੋਜ਼ੋਮਸ ਕਹਿੰਦੇ ਆ। ਇਹ ਫਿੰਗਰ ਲਾਈਕ ਹੋ ਸਕਦੇ ਆ, ਸਫੈਰੀਕਲ ਹੋ ਸਕਦੇ ਆ, ਓਵਲ ਹੋ ਸਕਦੇ ਆ, ਵਿਲੀਫਾਰਮ ਸਟਰਕਚਰਸ ਹੋ ਸਕਦੇ। ਵਿਲੀਫਾਰਮ ਮਤਲਬ ਉਹੀ ਬਾਲ ਫਿੰਗਰ ਲਾਈਕ ਸਟਰਕਚਰਸ ਜਿਹੜੇ ਹੈਲਪ ਕਰਦੇ ਆ
ਕੰਪਾਰਟਮੈਂਟਲਾਈਜ਼ ਸੈੱਲ, ਜਿੱਦਾਂ ਹੁਣ ਜਦੋਂ ਇਹ ਥੋੜ੍ਹੇ ਵੱਡੀਆਂ ਸਟਰਕਚਰਸ ਇੱਦਾਂ ਨਿਕਲਣੀਆਂ ਆ ਤਾਂ ਐਂ ਦਿਖੂਗਾ ਕਿ ਸੈੱਲ ਜਿਹੜਾ ਆ ਅਲੱਗ-ਅਲੱਗ ਟੁਕੜਿਆਂ 'ਚ ਵੰਡਿਆ ਹੋਇਆ ਆ, ਕੰਪਾਰਟਮੈਂਟਸ ਕਮਰਿਆਂ 'ਚ ਵੰਡਿਆ ਹੋਇਆ ਆ। ਇਟ ਫਾਰਮ ਸੈਪਟਾ ਡਿਊਰਿੰਗ ਸੈੱਲ ਡਿਵੀਜ਼ਨ, ਜਦੋਂ ਇਹਦੀ ਪੂਰੀ ਡਿਵੀਜ਼ਨ ਹੋਣੀ ਆ ਤਾਂ ਇਹਨੇ ਇੱਕ ਸੈਪਟਾ ਦਾ ਰੋਲ ਪਲੇ ਕਰਨਾ ਆ। ਇਸ ਤੋਂ ਇਲਾਵਾ ਇਹ ਜਿਹੜਾ ਮੀਜ਼ੋਸੋਮਸ ਹੈ, ਇਟ ਪਾਰਟੀਸਪੇਟਸ ਇਨ secretion of intercellular substances from inside to outside, takes part in separation of replicated nuclei। ਤਾਂ ਉਹ ਜਿੱਦਾਂ ਮੈਂ ਦੱਸਿਆ ਕਿ ਅਲੱਗ-ਅਲੱਗ ਸੈੱਲ ਨੂੰ ਟੁਕੜਿਆਂ 'ਚ ਡਿਵਾਈਡ ਕਰ ਦਿੰਦਾ ਆ। ਅਤੇ ਇਹਦੇ ਨਾਲ ਕੀ ਆ, ਸਿਕਰੀਸ਼ਨ ਇੰਟਰਸੈਲੂਲਰ ਸਬਸਟੈਂਸਿਸ ਦੀ ਸਿਕਰੀਸ਼ਨ ਹੁੰਦੀ ਆ ਅੰਦਰੋਂ ਬਾਹਰ ਤੱਕ, ਹੈ ਨਾ। ਸਿਕਰੀਸ਼ਨ ਅੰਦਰੋਂ ਬਾਹਰ ਜਿਹੜੇ ਸਬਸਟੈਂਸਿਸ ਆ ਉਹ ਜਾਂਦੇ ਆ, ਐਕਸਚੇਂਜ ਆਫ ਮਟੀਰੀਅਲ ਹੁੰਦਾ ਆ ਕਹਿ ਸਕਦੇ ਹਾਂ। ਔਰ ਰੈਪਲੀਕੇਸ਼ਨ ਦੇ ਦੌਰਾਨ ਇਹ ਨਿਊਕਲੀਓਇਡ ਨੂੰ ਸੈਪਰੇਟ ਕਰਦੀ ਹੈ। ਚਲੋ ਇਹ ਥੋੜ੍ਹਾ ਜਿਹਾ ਹਾਇਰ ਲੈਵਲ ਦਾ ਕਰੈਕਟਰ ਆ, ਇੱਥੇ ਤੱਕ ਆਪਾਂ ਹਾਲੇ ਨਹੀਂ ਜਾਣਾ। ਫਿਰ ਬੇਟਾ ਪਲਾਸਮਾ ਮੈਂਬਰੇਨ ਦੇ ਅੰਦਰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਾਈਟੋਪਲਾਜ਼ਮ ਭਰਿਆ ਹੁੰਦਾ ਆ। ਹੁਣ ਸਾਈਟੋਪਲਾਜ਼ਮ ਕੀ ਆ, ਕੰਪਲੈਕਸ ਐਕਿਅਸ ਮਤਲਬ ਲਿਕੁਇਡ ਫਲੂਇਡ ਆ, ਸੈਮੀ ਫਲੂਇਡ ਵੀ ਹੋ ਸਕਦਾ। ਇਹ ਸੈਮੀ ਫਲੂਇਡ ਮਤਲਬ ਸੈਮੀ ਲਿਕੁਇਡ, ਜਿੱਦਾਂ ਸ਼ਹਿਦ ਹੁੰਦਾ ਆ ਇਸ ਤਰ੍ਹਾਂ ਦਾ ਥਿਕ ਜਿਹਾ ਵੀ ਹੋ ਸਕਦਾ ਹੈ। ਗਰਾਊਂਡ ਸਬਸਟੈਂਸ ਆਫ ਕਾਰਬੋਹਾਈਡਰੇਟਸ, ਗਰਾਊਂਡ ਸਬਸਟੈਂਸ ਜਿਹਦੇ ਵਿੱਚ ਕਾਰਬੋਹਾਈਡਰੇਟਸ ਐਂਜ਼ਾਈਮਸ ਵਗੈਰਾ ਭਰੇ ਹੁੰਦੇ ਆ। ਹੁਣ ਆ ਅੰਦਰ ਜਿਹੜਾ ਇਹ ਸਾਰਾ ਦੇਖੋ ਯੈਲੋ ਕਲਰ ਦਾ, ਇਹ ਸਾਈਟੋਪਲਾਜ਼ਮ ਆ। ਔਰ ਇਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਕਿ ਨਿਊਕਲੀਓਆਈਡ ਪ੍ਰੈਜ਼ੈਂਟ ਹੁੰਦਾ ਆ, ਰਾਈਬੋਸੋਮਸ ਪ੍ਰੈਜ਼ੈਂਟ ਹੁੰਦੇ ਆ, ਪਲਾਸਮਿਡਸ ਪ੍ਰੈਜ਼ੈਂਟ ਹੁੰਦੇ ਆ। ਤਾਂ ਰਾਈਬੋਸੋਮਸ ਕੀ ਆ, ਸਾਈਟ ਆਫ ਪ੍ਰੋਟੀਨ ਸਿੰਥੈਸਿਸ। ਪ੍ਰੋਟੀਨਸ ਕਿੱਥੇ ਬਣਦੇ ਆ, ਜਿੱਥੇ ਰਾਈਬੋਸੋਮਸ ਪ੍ਰੈਜ਼ੈਂਟ ਹੋਣੇ ਆ। ਰਾਈਬੋਸੋਮਸ ਹੀ ਪ੍ਰੋਟੀਨਸ ਬਣਾਉਂਦੇ ਆ, ਅਸੀਂ ਕਹਿ ਸਕਦੇ ਹਾਂ। ਰਾਈਬੋਸੋਮਸ ਜਿਹੜੇ ਆ ਪੂਰੇ ਇਹ ਸਾਈਟੋਪਲਾਜ਼ਮ 'ਚ ਖਿਲਰੇ ਹੁੰਦੇ ਆ। ਇੱਥੇ ਦੇਖਿਓ ਡਾਇਗਰਾਮ ਦੇ ਵਿੱਚ ਤੁਹਾਨੂੰ ਦੇਖ ਵੀ ਜਾਣੇ ਆ, ਆਹ ਵਾਲੇ ਜਿਹੜੇ ਆ ਇਹ ਡੋਟਡ ਸਟਰਕਚਰਸ ਜਿਹੜੇ ਆ ਇਹ ਰਾਈਬੋਸੋਮਸ ਆ, ਇਹੀ ਪ੍ਰੋਟੀਨਸ ਬਣਾਉਂਦੇ ਆ। ਔਰ ਜਦੋਂ ਇਹ ਪ੍ਰੋਟੀਨਸ ਬਣਾਉਂਦੇ ਆ ਤਾਂ ਉਸ ਵੇਲੇ ਇਹ ਸੈੱਲ ਦੇ ਅੰਦਰ ਹੁੰਦੇ ਆ ਪ੍ਰੈਜ਼ੈਂਟ, ਜਾਂ ਫਿਰ ਇਹ ਪਲਾਸਮਾ ਮੈਂਬਰੇਨ ਦੇ ਨਾਲ ਜੁੜੇ ਹੁੰਦੇ ਆ, ਪਲਾਸਮਾ ਮੈਂਬਰੇਨ 'ਤੇ ਜੁੜੇ ਹੁੰਦੇ ਆ, ਜਾਂ ਤਾਂ ਅੰਦਰ ਇੱਥੇ ਪ੍ਰੈਜ਼ੈਂਟ ਹੋਣੇ ਆ। ਔਰ ਦੂਸਰੇ ਕੁਛ ਜਿਹੜੇ ਆ ਇਹ ਪਲਾਸਮਾ ਮੈਂਬਰੇਨ ਦੇ ਉੱਪਰ ਜੁੜੇ ਹੋਣੇ ਆ। ਜਿਹੜੇ ਤਾਂ ਉੱਪਰ ਜੁੜੇ ਹੋਣੇ ਆ ਪਲਾਸਮਾ ਮੈਂਬਰੇਨ ਦੇ, ਉਹਨਾਂ ਨੂੰ ਕਹਿੰਦੇ ਆ ਪਲਾਸਮਾ ਮੈਂਬਰੇਨ ਐਸੋਸੀਏਟਿਡ ਰਾਈਬੋਸੋਮਸ। ਹੁਣ ਇਸ ਕੇਸ ਦੇ ਵਿੱਚ ਜਦੋਂ ਇਹ ਪ੍ਰੋਟੀਨਸ ਬਣਾਉਂਦੇ, ਜਦੋਂ ਪਲਾਸਮਾ ਮੈਂਬਰੇਨ 'ਤੇ ਜੁੜੇ ਹੁੰਦੇ ਆ, ਉਹ ਵਾਲੇ ਜਿਹੜੇ ਰਾਈਬੋਸੋਮਸ ਪ੍ਰੋਟੀਨਸ ਬਣਾਉਂਦੇ ਆ ਤਾਂ ਉਹ ਬਣਦੇ ਅੰਦਰ ਆ ਔਰ ਫਿਰ ਬਾਹਰ ਨੂੰ ਟਰਾਂਸਪੋਰਟ ਕੀਤੇ ਜਾਂਦੇ ਆ। ਦੈਨ ਫਿਰ ਹੈਗਾ ਨਿਊਕਲੀਓਇਡ। ਤਾਂ ਆਹ ਦੇਖੋ ਜਿਹੜਾ ਗੁੱਛਾ ਆ, ਨੈਟਵਰਕ ਜਿਹਾ ਬਣਿਆ ਹੋਇਆ ਆ, ਇਹ ਹੈਗਾ ਆ ਨਿਊਕਲੀਓਇਡ। ਹੁਣ ਨਿਊਕਲੀਓਇਡ ਕੀ ਆ, ਇਹ ਇਰੈਗੂਲਰਲੀ ਸ਼ੇਪਡ ਆ। ਇੱਕ ਤਾਂ ਕੰਟੇਨ ਸੈਲਸ, ਇਹਦੇ ਵਿੱਚ ਕ੍ਰੋਮੋਸੋਮਸ ਪ੍ਰੈਜ਼ੈਂਟ ਹੁੰਦੇ ਆ। ਕ੍ਰੋਮੋਸੋਮਸ ਜਿਹੜੇ ਆ ਬੈਕਟੀਰੀਆ ਦੇ, ਉਹ ਸਿੰਗਲ ਸਰਕਲ ਆਫ ਡਬਲ ਸਟ੍ਰੈਂਡਡ DNA। ਆਹ ਹੁੰਦਾ ਡਬਲ ਸਟ੍ਰੈਂਡਡ ਆ, ਪਰ ਇੱਕੋ ਹੀ ਸਰਕਲ ਹੁੰਦਾ ਆ, ਉਹੀ ਘੁੰਮਿਆ ਹੁੰਦਾ, ਬਹੁਤ ਜ਼ਿਆਦਾ ਨਹੀਂ ਕੋਇਲਡ ਹੁੰਦਾ ਇਹ। ਔਰ ਕੁਝ ਬੈਕਟੀਰੀਆ ਜਿਹੜੇ ਆ ਉਹਨਾਂ 'ਚ ਲੀਨੀਅਰ ਕ੍ਰੋਮੋਸੋਮ ਵੀ, ਲੀਨੀਅਰ ਮਤਲਬ ਸਟ੍ਰੇਟ ਲਾਈਨ ਵਾਲਾ ਕ੍ਰੋਮੋਸੋਮ ਵੀ ਹੁੰਦਾ ਆ। ਸਮ ਹੈਵ ਮੋਰ ਦੈਨ ਵਨ ਕ੍ਰੋਮੋਸੋਮ, ਕਈ ਬੈਕਟੀਰੀਅਲ ਸੈੱਲ ਦੇ ਵਿੱਚ ਜਾਂ ਨਿਊਕਲੀਓਇਡ ਦੇ ਵਿੱਚ ਇੱਕ ਤੋਂ ਜ਼ਿਆਦਾ ਕ੍ਰੋਮੋਸੋਮ ਵੀ ਹੁੰਦੇ ਆ। ਇਹ ਕ੍ਰੋਮੋਸੋਮਸ ਦੇ ਵਿੱਚ ਜੀਨਸ ਹੁੰਦੀਆਂ ਆ। ਜੀਨਸ ਜਿਹੜੀਆਂ ਆ ਉਹ ਇੰਸਟਰਕਸ਼ਨਸ ਦਿੰਦੀਆਂ ਆ ਕਿ ਸੈੱਲ ਦੇ ਵਿੱਚ ਪ੍ਰੋਟੀਨ ਸਿੰਥੈਸਿਸ ਕਿੰਨਾ ਕੁ ਹੋਣਾ ਚਾਹੀਦਾ ਆ, ਕਦੋਂ ਹੋਣਾ ਚਾਹੀਦਾ ਆ, ਠੀਕ ਹੈ। ਫਿਰ ਨੈਕਸਟ ਇਜ਼ ਪਲਾਸਮਿਡਸ। ਹੁਣ ਪਲਾਸਮਿਡਸ ਵੀ ਇੱਥੇ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਖ ਜਾਊਗਾ। ਦੇਖੋ ਆਹ ਜਿਹੜਾ ਰਾਊਂਡਡ ਸਟਰਕਚਰ ਆ ਇਹ ਹੈਗਾ ਪਲਾਸਮਿਡ। ਇਹਨੂੰ ਅਸੀਂ ਕਹਿੰਦੇ ਆ ਪਲਾਸਮਿਡ ਜਿਹੜਾ ਐਕਸਟਰਾ ਕ੍ਰੋਮੋਸੋਮਲ DNA ਮੋਲੀਕਿਊਲ ਆ, ਇਹਨੂੰ ਪਲਾਸਮਿਡ ਕਹਿੰਦੇ ਆ।
ਇਹ ਸਮੌਲ ਹੁੰਦੇ ਆ ਡਬਲ ਸਟੈਂਡਰਡ। ਇਹਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹ 2 ਧਾਗਿਆਂ ਦਾ ਇੱਦਾਂ ਡਬਲ ਸਟੈਂਡਰਡ ਹੁੰਦਾ ਆ। ਔਰ DNA ਮਾਲੀਕਿਊਲ ਇਹ ਐਗਜ਼ਿਸਟ ਇੰਡੀਪੈਂਡੈਂਟਲੀ ਔਨ ਮੀਨਸ ਕ੍ਰੋਮੋਸੋਮ ਔਰ ਪਲਾਸਮਿਡ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਹ ਦੋਨੋਂ ਇਹ ਆਪਣਾ ਕੰਮ ਆਪ ਕਰਦਾ ਆ, ਕ੍ਰੋਮੋਸੋਮ 'ਤੇ ਡਿਪੈਂਡੈਂਟ ਨਹੀਂ ਹੁੰਦਾ ਫॉर ਐਨੀ ਫੰਕਸ਼ਨ। ਔਰ ਇਹ ਲੀਨੀਅਰ ਵੀ ਹੋ ਸਕਦੇ ਆ। ਲੀਨੀਅਰ ਮਤਲਬ ਆ ਲਾਈਨ ਲਾਈਕ, ਔਰ ਸਰਕੂਲਰ ਵੀ ਹੋ ਸਕਦੇ ਆ, ਆਹ ਗੋਲੇਦਾਰ। they have few genes and genetic information is not essential to the bacteria। ਇਹ ਜਿਹੜੇ ਆ ਜੀਨਸ ਦੇ ਤਾਂ ਬਣੇ ਹੁੰਦੇ ਆ, ਪਰ ਇਹਨਾਂ ਤੋਂ ਜੈਨੇਟਿਕ ਇਨਫੋਰਮੇਸ਼ਨ ਇਹਨਾਂ 'ਚ ਹੋਣਾ ਕੋਈ ਜ਼ਰੂਰੀ ਨਹੀਂ ਹੈਗਾ, ਜਾਂ ਇਹ ਜ਼ਰੂਰੀ ਨਹੀਂ ਫॉर ਕੈਰਿੰਗ ਐਨੀ ਜੈਨੇਟਿਕ ਇਨਫੋਰਮੇਸ਼ਨ ਕਹਿ ਸਕਦੇ ਹਾਂ ਅਸੀਂ। ਜਿਹੜੇ ਸੈਲਸ 'ਚ ਇਹ ਪਲਾਸਮਿਡਸ ਐਬਸੈਂਟ ਹੁੰਦੇ ਆ ਉਹ ਵੀ ਨੋਰਮਲ ਫੰਕਸ਼ਨ ਹੀ ਰੋਲ ਪਲੇ ਕਰਦੇ ਆ। ਪਲਾਸਮਿਡਸ ਜਿਹੜੇ ਆ ਉਹਨਾਂ ਨੂੰ ਜੀਨਸ ਮਿਲਦੇ ਆ, ਜਾਂ ਉਹਨਾਂ 'ਚ ਜੀਨਸ ਹੁੰਦੇ ਆ ਜਿਹੜੇ ਕਨਫਰ ਕਰਦੇ ਆ ਐਡਵਾਂਟੇਜ ਟੂ ਬੈਕਟੀਰੀਆ ਲਾਈਕ ਰੈਜ਼ਿਸਟੈਂਸ ਟੂ ਐਂਟੀਬੋਡੀਜ਼। ਆਉਣਾ ਸੀ ਇੱਥੇ ਰੈਜ਼ਿਸਟੈਂਸ ਟੂ ਐਂਟੀਬੋਡੀਜ਼, ਨੋਟ ਬਾਇਓਟਿਕਸ। ਉਹ ਮੇਰੇ ਤੋਂ ਗਲਤ ਲਿਖ ਹੋ ਗਿਆ ਬੇਟਾ, ਥੋੜ੍ਹਾ ਜਿਹਾ ਧਿਆਨ ਰੱਖ ਲਿਓ। ਬੋਡੀਜ਼ DIES ਬੋਡੀਜ਼, ਠੀਕ ਹੈ, ਐਂਟੀਬੋਡੀਜ਼। ਫਿਰ ਆ ਜਿਹੜਾ ਹੈ ਪਲਾਸਮਿਡ ਡਾਇਗਰਾਮ ਦੇ ਵਿੱਚ ਬਣਾਇਆ ਹੋਇਆ ਆ। ਨੈਕਸਟ ਇਜ਼ ਬੇਟਾ ਹੁਣ ਆ ਬੈਕਟੀਰੀਆ ਜਿਹੜੇ ਆ ਇਹ ਮੂਵ ਕਰਦੇ ਆ ਵਿਦ ਦਾ ਹੈਲਪ ਆਫ ਫਲੈਜੇਲਾ। ਇਹਨਾਂ ਤੁਹਾਨੂੰ ਪਤਾ ਆ ਸਿੰਗਲ ਇਹਨਾਂ 'ਚ ਸਟ੍ਰੈਂਡਡ ਫਲੈਜੇਲਾ ਹੁੰਦਾ ਆ, ਇੱਕੋ ਹੀ ਫਲੈਜੇਲਾ ਹੁੰਦਾ ਆ। ਹੁਣ ਇਹ ਕਿਸੇ ਵੀ ਸੈੱਲ ਦੇ ਸਰਫੇਸ 'ਤੇ ਜਾ ਕੇ ਅਟੈਚ ਹੋ ਜਾਂਦੇ ਆ, ਐਡੀਅਰ ਹੋ ਜਾਂਦੇ ਆ। ਤਾਂ ਇਹ ਐਡੀਹਰੈਂਸ 'ਚ ਕੌਣ ਹੈਲਪ ਕਰਦਾ ਆ ਜਿਹੜੇ ਇਹਨਾਂ ਦੀ ਬਾਡੀ 'ਤੇ ਹੇਅਰ ਲਾਈਕ ਸਟਰਕਚਰਸ ਪ੍ਰੈਜ਼ੈਂਟ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਪਿੱਲਾਏ ਫਿੰਬਰੀਏ ਕਹਿੰਦੇ ਆ। ਫਿੰਬਰੀਏ ਪਿੱਲਾਏ ਇਹ ਅਟੈਚਮੈਂਟ ਦਾ ਕੰਮ ਕਰਦੇ ਆ ਸੈੱਲ 'ਤੇ, ਬੈਕਟੀਰੀਆ ਨੂੰ ਅਟੈਚ ਕਰਨ 'ਚ ਹੈਲਪ ਕਰਦੇ ਆ ਸੈੱਲ 'ਤੇ। ਉਹਨਾਂ ਨੂੰ ਆਪਾਂ ਕਹਿੰਦੇ ਪਿੱਲੇ ਅਤੇ ਫਿੰਬਰੀਏ। ਧਿਆਨ ਰੱਖਣਾ ਆ ਫਲੈਜੇਲਾ ਦਾ ਕੰਮ ਆ ਮੂਵਮੈਂਟ ਕਰਾਉਣੀ ਬੈਕਟੀਰੀਆ ਨੂੰ, ਠੀਕ ਹੈ, ਮੂਵਮੈਂਟ 'ਚ ਹੈਲਪ ਕਰਨਾ। ਪਿੱਲਾਏ ਔਰ ਫਿੰਬਰੀਏ ਦਾ ਕੰਮ ਕੀ ਆ, ਅਟੈਚ ਕਰਨਾ ਕਿਸੇ ਵੀ ਹੋਰ ਸੈੱਲ 'ਤੇ ਜਾਂ ਕਿਸੇ ਵੀ ਸਰਫੇਸ 'ਤੇ। ਫਿਰ ਬੇਟਾ ਇਹਦੇ ਫਲੈਜੇਲਾ ਦਾ ਅਸੀਂ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਫਲੈਜੇਲਾ ਜਿਹੜੇ ਆ ਇਹਦੇ ਵਿੱਚ ਲੌਂਗ ਹੁੰਦਾ ਆ, ਥਿਨ, ਇਹ ਅਸੀਂ ਦੇਖ ਹੀ ਲਿਆ ਆ। ਇਹਦੇ ਨਾਲ ਡਿਊ ਟੂ ਦਾ ਪ੍ਰੈਜ਼ੈਂਸ ਆਫ ਫਲੈਜੇਲਾ ਬੈਕਟੀਰੀਆ ਜਿਹੜੇ ਉਹ ਮੋਟਾਈਲ ਹੁੰਦੇ ਆ, ਹੈ ਨਾ। ਇਹੀ ਫਲੈਜੇਲਾ ਹੀ ਹੈਲਪ ਕਰਦੇ ਆ ਮੂਵਮੈਂਟ ਆਫ ਬੈਕਟੀਰੀਆ 'ਚ। ਇਹ ਬੈਕਟੀਰੀਆ ਜਿਹੜੇ ਆ ਫਲੈਜੇਲਾ ਜਿਹੜੇ ਆ ਇਹ ਇੱਕ ਤਰ੍ਹਾਂ ਦੇ ਪ੍ਰੋਟੀਨ ਦੇ ਬਣੇ ਹੁੰਦੇ ਆ ਜਿਹਨੂੰ ਕਹਿੰਦੇ ਆ ਫਲੈਜੇਲਿਨ। ਇਹ ਵੈਰੀ ਇੰਪੋਰਟੈਂਟ ਆ, ਤੁਹਾਨੂੰ 1 ਮਾਰਕ 'ਚ ਪੁੱਛ ਸਕਦੇ ਆ। ਜੇ ਅਸੀਂ ਫਲੈਜੇਲਾ ਦਾ ਸਟਰਕਚਰ ਦੇਖੀਏ ਤਾਂ ਆ ਇਸ ਤਰ੍ਹਾਂ ਦਾ ਥੱਲੇ ਸਿਲੰਡਰੀਕਲ ਬਾਡੀ ਹੁੰਦੀ ਹੈ ਜਿਹਨੂੰ ਬੇਸਲ ਬਾਡੀ ਕਹਿੰਦੇ ਆ। ਉੱਪਰ ਇੱਕ ਛੋਟਾ ਜਿਹਾ ਹੁੱਕ ਹੁੰਦਾ ਆ, ਹੁੱਕ ਤੋਂ ਫਿਰ ਇੱਦਾਂ ਫਿਲਾਮੈਂਟ ਲਾਈਕ ਸਟਰਕਚਰ ਜਿਹਨੂੰ ਫਿਲਾਮੈਂਟ ਕਹਿੰਦੇ ਆ। ਅਤੇ ਇਹ ਕੰਬਾਈਨਲੀ ਜਿਹੜਾ ਆ ਇਹ ਫਲੈਜੇਲਾ ਦਾ ਸਟਰਕਚਰ ਆ। ਹੁਣ ਨੰਬਰ ਐਂਡ ਅਰੇਂਜਮੈਂਟ ਆਫ ਫਲੈਜੇਲਾ ਦੇ ਬੇਸਿਸ 'ਤੇ ਬੈਕਟੀਰੀਆ ਨੂੰ ਅਲੱਗ-ਅਲੱਗ ਕੈਟਾਗਰੀਜ਼ 'ਚ ਡਿਵਾਈਡ ਕੀਤਾ ਗਿਆ ਆ। ਫਸਟ ਇਜ਼ ਮੋਨੋਟ੍ਰਾਈਕਸ। ਮੋਨੋ ਮੈਨੇ ਸਿੰਗਲ, ਟ੍ਰਾਈਕਸ ਮੈਨੇ ਫਲੈਜੇਲਾ। ਕਿਸੇ ਇੱਕ ਕੋਨੇ 'ਤੇ, ਇੱਕ ਪਾਰਟ 'ਤੇ, ਇੱਕ ਸਾਈਡ 'ਤੇ ਫਲੈਜੇਲਾ ਲੱਗਿਆ ਹੋਵੇ ਉਹਨੂੰ ਆਪਾਂ ਕਹਿੰਦੇ ਮੋਨੋਟ੍ਰਾਈਕਸ। ਐਮਫੀਟ੍ਰਾਈਕਸ, ਅਗਰ ਆ ਬੈਕਟੀਰੀਆ ਆ ਇਹਦੇ ਦੋਨੋਂ ਤਰਫ ਫਲੈਜੇਲਾ ਲੱਗਿਆ ਆ ਉਹ ਹੁੰਦਾ ਆ ਐਮਫੀਟ੍ਰਾਈਕਸ। ਅਗਰ ਦੋਨੋਂ ਤਰਫ ਇੱਕੋ ਹੀ ਇੱਕ ਬੈਕਟੀਰੀਆ ਹੋਣਾ ਆ ਉਹਨੂੰ ਆਪਾਂ ਕਹਿੰਦੇ ਐਮਫੀਟ੍ਰਾਈਕਸ। ਹੁਣ ਲੋਫੋਟ੍ਰਾਈਕਸ, ਬੈਕਟੀਰੀਆ ਇੱਕ ਸਾਈਡ 'ਤੇ ਹੀ ਲੱਗਣਾ ਆ ਬਟ ਇਨ ਗਰੁੱਪਸ। ਦੇਖੋ ਕਿੰਨੇ ਸਾਰੇ ਬੈਕਟੀਰੀਆ ਜਿਹੜੇ ਆ ਗਰੁੱਪਸ 'ਚ ਲੱਗੇ ਹੋਏ ਆ, ਇੱਦਾਂ ਦਾ ਬੈਕਟੀਰੀਆ ਹੋ ਗਿਆ ਲੋਫੋਟ੍ਰਾਈਕਸ ਬੈਕਟੀਰੀਆ। ਫਿਰ ਬੈਕਟੀਰੀਆ ਜਿਹੜੇ ਆ ਉਹ ਫਲੈਜੇਲਾ ਜਿਹੜੇ ਆ
ਬੈਕਟੀਰੀਆ ਦੇ ਦੋਨੋਂ ਐਂਡਸ 'ਤੇ ਲੱਗੇ ਹੋਣ ਗੁੱਛਿਆਂ 'ਚ, ਬਹੁਤ ਜ਼ਿਆਦਾ ਬੈਕਟੀਰੀਆ ਜਿਹੜੇ ਆ ਦੋਨੋਂ ਤਰਫ ਲੱਗੇ ਹੋਣ, ਜ਼ਿਆਦਾ ਫਲੈਜੇਲਾ ਜਿਹੜੇ ਆ ਦੋਨੋਂ ਤਰਫ ਬੈਕਟੀਰੀਆ ਦੇ ਲੱਗੇ ਹੋਣ, ਉਹ ਹੋ ਗਏ ਐਮਫੀਟ੍ਰਾਈਕਸ ਬੈਕਟੀਰੀਆ, ਐਮਫੀਲੋਫੋਟ੍ਰਾਈਕਸ ਬੈਕਟੀਰੀਆ। ਅਤੇ ਅਗਰ ਬੈਕਟੀਰੀਆ ਆ ਉਹਦੇ ਆਲੇ ਦੁਆਲੇ ਹਰ ਪਾਸੇ ਸਾਰੀ ਸਾਈਡਸ 'ਤੇ ਫਲੈਜੇਲਾ ਲੱਗੇ ਹੋਣ, ਉਹ ਹੋ ਗਿਆ ਪੈਰੀਟ੍ਰਾਈਕਸ ਫਲੈਜੇਲਾ। ਥੋੜ੍ਹਾ ਜਿਹਾ ਵਰਡਸ ਦੇ ਬੋਲਣ 'ਚ ਗੜਬੜ ਹੋਈ ਹੈ, ਮੈਂ ਦੁਬਾਰਾ ਤੁਹਾਨੂੰ ਇੱਥੋਂ ਰਿਪੀਟ ਕਰ ਦਿੰਦੀ ਹਾਂ। ਫਲੈਜੇਲਾ ਦੇ ਕਿੰਨੇ ਨੰਬਰ ਲੱਗੇ ਹੋਏ ਆ ਅਤੇ ਕਿੱਦਾਂ ਦਾ ਕਿੱਧਰ ਲੱਗੇ ਹੋਏ ਆ, ਅਰੇਂਜਮੈਂਟ ਐਂਡ ਨੰਬਰ ਆਫ ਫਲੈਜੇਲਾ ਦੇ ਬੇਸਿਸ 'ਤੇ ਬੈਕਟੀਰੀਆ ਨੂੰ ਅਲੱਗ ਕੈਟਾਗਰੀਜ਼ 'ਚ ਡਿਵਾਈਡ ਕੀਤਾ ਗਿਆ ਆ। ਅਗਰ ਬੈਕਟੀਰੀਆ ਦੇ ਇੱਕ ਸਾਈਡ 'ਤੇ ਇੱਕੋ ਹੀ ਫਲੈਜੇਲਾ ਲੱਗਿਆ ਆ, ਉਹ ਹੋ ਗਿਆ ਮੋਨੋਟ੍ਰਾਈਕਸ। ਟ੍ਰਾਈਕਸ ਮੈਨੇ ਫਲੈਜੇਲਾ, ਮੋਨੋ ਮੈਨੇ ਸਿੰਗਲ। ਅਗਰ ਬੈਕਟੀਰੀਆ ਦੇ ਦੋਨੋਂ ਤਰਫ ਇੱਕ ਫਲੈਜੇਲਾ ਲੱਗਿਆ ਆ, ਉਹ ਹੋ ਗਏ ਐਮਫੀਟ੍ਰਾਈਕਸ ਬੈਕਟੀਰੀਆ। ਅਗਰ ਬੈਕਟੀਰੀਆ ਦੇ ਇੱਕੋ ਹੀ ਤਰਫ ਫਲੈਜੇਲਾ ਲੱਗੇ ਆ ਪਰ ਕਿੰਨੇ ਹੀ ਸਾਰੇ ਫਲੈਜੇਲਾ ਗਰੁੱਪਸ 'ਚ ਲੱਗੇ ਹੋਏ ਆ, ਉਹ ਹੋ ਗਏ ਲੋਫੋਟ੍ਰਾਈਕਸ ਬੈਕਟੀਰੀਆ। ਅਗਰ ਬੈਕਟੀਰੀਆ ਦੇ ਦੋਨੋਂ ਤਰਫ ਲੱਗੇ ਹੋਏ ਆ ਫਲੈਜੇਲਾ ਗਰੁੱਪਸ ਦੇ ਵਿੱਚ, ਦੇਖੋ ਆ 5 6 ਫਲੈਜੇਲਾ ਦੋਨੋਂ ਤਰਫ ਆ, ਇਹ ਹੋ ਗਿਆ ਐਮਫੀਲੋਫੋਟ੍ਰਾਈਕਸ ਬੈਕਟੀਰੀਆ। ਅਗਰ ਬੈਕਟੀਰੀਆ ਦੇ ਸਾਰੇ ਪਾਸੇ ਫਲੈਜੇਲਾ ਲੱਗੇ ਹੋਏ ਆ ਆਲ ਸਾਈਡਸ 'ਤੇ, ਇਹ ਹੋ ਗਿਆ ਪੈਰੀਟ੍ਰਾਈਕਸ ਬੈਕਟੀਰੀਆ। ਇਹਦੇ ਨਾਲ ਹੀ ਇਹ ਵਾਲਾ ਚੈਪਟਰ ਖ਼ਤਮ ਹੋ ਗਿਆ ਆ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ।